Hello students, myself Rakesh Dalla, Instructor Government IT Mohali. Subject Employability Skills ਦਾ ਚੈਪਟਰ ਸਾਡਾ ਚੱਲਦਾ ਪਿਆ ਸੀ ਕੁਆਲਿਟੀ ਮੈਨੇਜਮੈਂਟ। ਉਹਦੇ ਵਿੱਚ ਅਸੀਂ ਡਿਸਕਸ ਕਰਦੇ ਪਏ ਸੀ ਕੁਆਲਿਟੀ ਪੈਰਾਮੀਟਰਸ। ਥੋੜੇ ਜਿਹੇ ਕੁਆਲਿਟੀ ਪੈਰਾਮੀਟਰਸ ਅਸੀਂ ਡਿਸਕਸ ਕਰ ਲਏ ਸੀਗੇ ਔਰ ਅਸੀਂ ਡਿਸਕਸ ਕਰਦੇ ਪਏ ਸੀ ਹੁਣ ਕੁਆਲਿਟੀ ਮੈਨੇਜਮੈਂਟ ਸਿਸਟਮ। ਕੁਆਲਿਟੀ ਮੈਨੇਜਮੈਂਟ ਸਿਸਟਮ ਦਾ ਪਾਰਟ 1 ਅਸੀਂ ਡਿਸਕਸ ਕਰ ਲਿਆ ਸੀ। ਅੱਜ ਦੇ ਲੈਕਚਰ 'ਚ ਅਸੀਂ ਕੁਆਲਿਟੀ ਮੈਨੇਜਮੈਂਟ ਸਿਸਟਮ ਦਾ ਪਾਰਟ 2 ਡਿਸਕਸ ਕਰਨਾ। ਪਹਿਲਾਂ ਰੀਕਾਲ ਕਰ ਲਈਏ ਵੀ ਪਾਰਟ 1 ਦੇ ਵਿੱਚ ਅਸੀਂ ਡਿਸਕਸ ਕੀ ਕੀਤਾ ਸੀਗਾ। ਅਸੀਂ ਡਿਸਕਸ ਕੀਤਾ ਸੀ ਕੁਆਲਿਟੀ ਮੈਨੇਜਮੈਂਟ ਸਿਸਟਮ ਦੇ ਪਰਪਸਿਸ ਕੀ ਆ, ਸਿਸਟਮ ਕੀ ਹੁੰਦਾ, ਪ੍ਰੋਸੈਸ ਕੀ ਹੈਗਾ, ਪ੍ਰੋਡਕਟ, ਐਪਲੀਕੇਸ਼ਨਸ ਐਂਡ ਹਿਊਮਨ ਰਿਸੋਰਸਿਸ ਕੀ ਹੁੰਦੇ ਨੇ। ਇਹ ਅਸੀਂ ਸਟੱਡੀ ਕਰ ਚੁੱਕੇ ਹਾਂ ਆਲਰੇਡੀ। ਅੱਜ ਦੇ ਲੈਕਚਰ ਦੇ ਵਿੱਚ ਸਾਡਾ ਲਰਨਿੰਗ ਸੀਕੁਐਂਸ ਕੀ ਰਹਿਣਾ, ਕੀ ਅਸੀਂ ਪੜ੍ਹਨਾ ਆ। 1 is what is quality management system, what is ISO, initiation of ISO, what is ISO 9001, history of ISO 9001, ISO 9000 family, management principles, benefits of ISO। ਇਹ ਅਸੀਂ ਅੱਜ ਡਿਸਕਸ ਕਰਨਾ ਹੈ। ਇਹਦੇ ਵਿੱਚੋਂ ਦੇਖਦੇ ਹਾਂ ਕਿ ਸਾਡਾ ਇਸ ਲੈਕਚਰ ਦੇ ਵਿੱਚ ਕਿੰਨਾ ਕੁ ਕਵਰ ਹੋ ਜਾਂਦਾ ਆ, ਨਹੀਂ ਤਾਂ ਅਸੀਂ ਪਾਰਟ 3 ਦੇ ਵਿੱਚ ਜਾਵਾਂਗੇ। ਸਭ ਤੋਂ ਪਹਿਲਾਂ ਅਸੀਂ ਕੁਆਲਿਟੀ ਮੈਨੇਜਮੈਂਟ ਸਿਸਟਮ ਦੀ ਡੈਫੀਨੇਸ਼ਨ ਨੂੰ ਦੇਖ ਲਈਏ ਕਿ ਕੁਆਲਿਟੀ ਮੈਨੇਜਮੈਂਟ ਸਿਸਟਮ ਕੀ ਹੈਗਾ। ਅਕੋਰਡਿੰਗ ਟੂ ISO ਹੁਣ ਇੱਕ ਮੈਂ ਲਿਖਿਆ ਹੋਇਆ, ISO ਦੀ ਫੁੱਲ ਫਾਰਮ ਹੈਗੀ ਹੈ ਇੰਟਰਨੈਸ਼ਨਲ ਆਰਗੇਨਾਈਜੇਸ਼ਨ ਫਾਰ ਸਟੈਂਡਰਡਾਈਜੇਸ਼ਨ। ਅੱਗੇ ਜਾ ਕੇ ਮੈਂ ਡਿਟੇਲ ਦੇ ਵਿੱਚ ਤੁਹਾਨੂੰ ਪੜ੍ਹਾਵਾਂਗਾ ਕਿ ISO ਜਿਹੜਾ ਹੈਗਾ ਆ ਉਹ ਕੀ ਆ ਔਰ ਉਹਦੇ ਵਿੱਚ ਅਸੀਂ ਕਿਹੜੇ ਤਰੀਕੇ ਦੇ ਨਾਲ ਕੰਮ ਕਰਨਾ। ਫਿਲਹਾਲ ਡੈਫੀਨੇਸ਼ਨ ਅੰਡਰਸਟੈਂਡ ਕਰਨ ਨੂੰ ਤੁਸੀਂ ਸਿਰਫ ਇੰਨਾ ਕੀ ਇਸ ਵੇਲੇ ਦੇਖਣਾ ਕਿ ISO ਦੀ ਫੁੱਲ ਫਾਰਮ ਜਿਹੜੀ ਹੈਗੀ ਦੈਟ ਇਜ਼ ਇੰਟਰਨੈਸ਼ਨਲ ਆਰਗੇਨਾਈਜੇਸ਼ਨ ਫਾਰ ਸਟੈਂਡਰਡਾਈਜੇਸ਼ਨ। ਹੁਣ ISO ਦੇ ਮੁਤਾਬਕ ਕੁਆਲਿਟੀ ਮੈਨੇਜਮੈਂਟ ਸਿਸਟਮ ਕੀ ਹੈ। ਕਿਸੇ ਵੀ ਆਰਗੇਨਾਈਜੇਸ਼ਨ ਦਾ ਸਟਰਕਚਰ, ਰਿਸਪੌਂਸਿਬਿਲਿਟੀਜ਼, ਪ੍ਰੋਸੀਜਰਸ, ਪ੍ਰੋਸੈਸਿਸ, ਰਿਸੋਰਸਿਸ ਦੀ ਮੈਨੇਜਮੈਂਟ ਨੂੰ ਕੁਆਲਿਟੀ ਮੈਨੇਜਮੈਂਟ ਸਿਸਟਮ ਕਿਹਾ ਜਾਂਦਾ। ਤਾਂ ਜੋ ਇਹਨਾਂ ਸਾਰੀਆਂ ਚੀਜ਼ਾਂ ਨੂੰ ਮੈਨੇਜਮੈਂਟ ਕਰਕੇ ਇੰਡਸਟਰੀ ਦੇ ਵਿੱਚ, ਆਰਗੇਨਾਈਜੇਸ਼ਨ ਦੇ ਵਿੱਚ ਇੱਕ ਹੈਲਦੀ ਇਨਵਾਇਰਨਮੈਂਟ ਤਿਆਰ ਕਰਕੇ ਕਸਟਮਰਸ ਦੀਆਂ ਰਿਕੁਆਇਰਮੈਂਟ ਨੂੰ ਫੁੱਲਫਿਲ ਕੀਤਾ ਜਾਵੇ। ਸੋ ਸਾਰੀਆਂ ਇਹ ਚੀਜ਼ਾਂ ਜਿਹੜੀਆਂ ਮੈਂ ਬੋਲੀਆਂ ਨੇ, ਆਰਗੇਨਾਈਜੇਸ਼ਨ ਦਾ ਸਟਰਕਚਰ, ਰਿਸਪੌਂਸਿਬਿਲਿਟੀਜ਼, ਪ੍ਰੋਸੀਜਰਸ, ਪ੍ਰੋਸੈਸਿਸ, ਰਿਸੋਰਸਿਸ, ਇਹਨਾਂ ਸਾਰਿਆਂ ਦੀ ਮੈਨੇਜਮੈਂਟ ਜਿਹੜੀ ਹੈਗੀ ਹੈ ਦੈਟ ਇਜ਼ ਨੋਨ ਐਜ਼ ਕੁਆਲਿਟੀ ਮੈਨੇਜਮੈਂਟ ਸਿਸਟਮ ਐਜ਼ ਫਾਰ ISO। ਸੋ ਕੁਆਲਿਟੀ ਮੈਨੇਜਮੈਂਟ ਸਿਸਟਮ ਜਿਹੜਾ ਹੈਗਾ ਆ is a way of defining how an organization can meet the requirement of its customers and other stakeholders। ਸੋ ਕੁਆਲਿਟੀ ਮੈਨੇਜਮੈਂਟ ਸਿਸਟਮ ਦੇ ਵਿੱਚ ਕਿਸੇ ਆਰਗੇਨਾਈਜੇਸ਼ਨ ਨੇ ਇਹ ਡਿਫਾਈਨ ਕਰਨਾ ਹੈ ਕਿ ਉਹਨੇ ਆਪਣੇ ਕਸਟਮਰਸ ਤੇ ਸਟੇਕ ਹੋਲਡਰਸ ਦੀਆਂ ਰਿਕੁਆਇਰਮੈਂਟਸ ਨੂੰ ਕਿਹੜੇ ਤਰੀਕੇ ਦੇ ਨਾਲ ਫੁੱਲਫਿਲ ਕਰਨਾ। ਉਸ ਤੋਂ ਬਾਅਦ ਕੁਆਲਿਟੀ ਮੈਨੇਜਮੈਂਟ ਸਿਸਟਮ ਨੇ ਕਦੀ ਵੀ ਇਹ ਸਪੈਸੀਫਾਈ ਨਹੀਂ ਕੀਤਾ ਨਾ, ਜਾਂ ਕੁਆਲਿਟੀ ਮੈਨੇਜਮੈਂਟ ਸਿਸਟਮ ਕਦੀ ਵੀ ਇਹ ਸਪੈਸੀਫਾਈ ਨਹੀਂ ਕਰਦਾ ਕਿ ਕਿਸੇ ਆਰਗੇਨਾਈਜੇਸ਼ਨ ਦਾ ਆਬਜੈਕਟਿਵ ਕੀ ਹੋਣਾ ਚਾਹੀਦਾ ਕਸਟਮਰਸ ਨੂੰ ਸੈਟੀਸਫਾਈ ਕਰਨ ਦੇ। ਹਰ ਇੱਕ ਆਰਗੇਨਾਈਜੇਸ਼ਨ ਨੇ ਆਪਣਾ ਆਬਜੈਕਟਿਵ ਖੁਦ ਡਿਫਾਈਨ ਕਰਨਾ ਔਰ ਉਹਦੇ ਤੇ ਹੀ ਆਬਜੈਕਟਿਵ ਆਪਣਾ ਜਿਹੜਾ ਡਿਫਾਈਨ ਕੀਤਾ ਉਹਦੇ ਤੇ ਹੀ ਕੰਮ ਕਰਨਾ, ਉਹਨੂੰ ਹੀ ਅਚੀਵ ਕਰਨਾ ਤਾਂ ਜੋ ਉਸ ਆਰਗੇਨਾਈਜੇਸ਼ਨ ਦੇ ਵਿੱਚ ਕੰਟੀਨਿਊਅਲ ਇੰਪਰੂਵਮੈਂਟ ਹੋ ਸਕੇ ਔਰ ਕਸਟਮਰਸ ਜਿਹੜੇ ਆ ਉਹ ਸੈਟੀਸਫਾਈ ਹੋ ਰਹਿ ਸਕਣ। ਸੋ ਕੁਆਲਿਟੀ ਮੈਨੇਜਮੈਂਟ, ਮੈਂ ਕਹਿਣਾ ਕੀ ਚਾਹੁੰਦਾ ਹਾਂ ਕਿ ਕੁਆਲਿਟੀ ਮੈਨੇਜਮੈਂਟ ਕਦੀ ਵੀ ਆਪਣਾ ਆਬਜੈਕਟਿਵ ਆਰਗੇਨਾਈਜੇਸ਼ਨ ਨੂੰ ਨਹੀਂ ਦਿੰਦਾ ਕਿ ਤੁਸੀਂ ਇਹ ਵਾਲਾ ਆਬਜੈਕਟਿਵ ਫੁੱਲਫਿਲ ਕਰੋ। ਹਰ ਇੱਕ ਕੰਪਨੀ ਨੇ ਆਪਣਾ ਆਬਜੈਕਟਿਵ ਖੁਦ ਡਿਫਾਈਨ ਕਰਨਾ, ਖੁਦ ਸਿਲੈਕਟ ਕਰਨਾ ਔਰ ਉਹਦੇ ਤੇ ਹੀ ਕੰਮ ਕਰਨਾ। ਉਹਨੇ ਜੋ ਕਹਿ ਰਿਹਾ ਉਹਦੇ ਮੁਤਾਬਕ ਹੀ ਕਸਟਮਰ ਨੂੰ ਸੈਟੀਸਫਾਈ ਕਰੇਗਾ। ਆਪਣਾ ਆਬਜੈਕਟਿਵ ਉਹਨੇ ਖੁਦ ਸਿਲੈਕਟ ਕਰਨਾ। ਸੋ ਕੁਆਲਿਟੀ ਮੈਨੇਜਮੈਂਟ ਦੇ ਸਿਸਟਮ ਦੇ ਵਿੱਚ ਮੇਨ ਚੀਜ਼ਾਂ ਕਿਹੜੀਆਂ ਇਨਕਲੂਡ ਨੇ? ਹਾਊ, ਹੂ, ਵੈਨ ਐਂਡ ਵੇਅਰ। ਇਹ ਚਾਰ ਚੀਜ਼ਾਂ ਬਹੁਤ ਜ਼ਰੂਰੀ ਆ। ਹਾਊ ਮੀਨਸ ਮੈਥਡਸ ਐਂਡ ਪ੍ਰੋਸੈਸ ਡਿਸਕ੍ਰਿਪਸ਼ਨਸ, ਕੰਮ ਕਰਨ ਦੇ ਮੈਥਡਸ ਕਿਹੜੇ ਆ ਔਰ ਪ੍ਰੋਸੈਸ ਦੀਆਂ ਡਿਸਕ੍ਰਿਪਸ਼ਨਸ ਕਿਹੜੀਆਂ ਰੱਖਣੀਆਂ, ਇਹਨਾਂ ਨੂੰ ਸਾਰੀ ਡਾਕੂਮੈਂਟੇਸ਼ਨ ਕਰਨੀ ਹੈ। ਇਹ ਸਭ ਕੁਝ ਡਿਫਾਈਨ ਕਰੇਗੀ ਆਰਗੇਨਾਈਜੇਸ਼ਨ। ਹੂ, ਰਿਸਪੌਂਸਿਬਿਲਿਟੀਜ਼ ਐਂਡ ਆਥੋਰਾਈਜੇਸ਼ਨ, ਕਿਸੇ ਕੰਮ ਕਰਨ ਦੀ ਜਾਂ ਕਰਵਾਉਣ ਦੀ ਰਿਸਪੌਂਸਿਬਿਲਿਟੀ ਕਿਹਦੀ ਹੈਗੀ ਆ ਔਰ ਉਹਦੇ ਵਿੱਚ ਜੇ ਇਨ ਫਿਊਚਰ ਕੋਈ ਅਮੈਂਡਮੈਂਟਸ ਹੋਣੀਆਂ ਜਾਂ ਚੇਂਜਿਸ ਹੋਣੀਆਂ ਉਹ
ਕਿਹਨੂੰ authorize ਕਰਨਾ ਆ। responsibilities and authorization define ਹੋਣੀਆਂ ਚਾਹੀਦੀਆਂ। when records and evidences ਜਿਹੜੇ ਕੰਮ ਇੰਡਸਟਰੀ ਦੇ ਵਿੱਚ ਹੁੰਦੇ ਪਏ ਆ ਉਹਦੇ ਕਿਹੜੇ ਰਿਕਾਰਡ ਤਿਆਰ ਕੀਤੇ ਜਾਣੇ ਆ ਔਰ ਕੰਮ ਦੀਆਂ ਕਿਹੜੀਆਂ ਐਵੀਡੈਂਸਿਸ ਆਪਾਂ ਰਿਕਾਰਡ ਦੇ ਵਿੱਚ ਲਗਾਉਣੀਆਂ ਨੇ ਇਹ ਵੀ ਡਿਫਾਈਨ ਹੋਣਾ ਚਾਹੀਦਾ ਆ। where ਆਈਡੈਂਟੀਫਿਕੇਸ਼ਨ ਐਂਡ ਟ੍ਰੇਸੇਬਿਲਿਟੀ ਇੰਡਸਟਰੀ ਦੇ ਵਿੱਚ ਕੋਈ ਵੀ ਕੰਪੋਨੈਂਟ ਹੈਗੇ ਆ ਫਾਈਨਲ ਪ੍ਰੋਡਕਟ ਨੂੰ ਤਿਆਰ ਕਰਨ ਦੇ ਲਈ ਸਪੇਅਰ ਪਾਰਟਸ ਹੈਗੇ ਆ ਉਹਨਾਂ ਦੀ ਆਈਡੈਂਟੀਫਿਕੇਸ਼ਨ ਦਾ ਪ੍ਰੋਪਰ ਮੈਥਡ ਪ੍ਰੋਪਰ ਪ੍ਰੋਸੀਜਰਸ ਹੋਣੇ ਚਾਹੀਦੇ ਆ ਔਰ ਪ੍ਰੋਡਕਟ ਕਿੱਥੇ ਰੱਖੇ ਹੋਏ ਅਸੀਂ ਕਿਹੜੇ ਉਹਨਾਂ ਦੀ ਟ੍ਰੇਸੇਬਿਲਿਟੀ ਹੋਣੀ ਚਾਹੀਦੀ ਆ। ਇੰਡਸਟਰੀ ਦੇ ਵਿੱਚ ਨਾਰਮਲੀ ਇਹ ਪ੍ਰੋਬਲਮ ਆਉਂਦੀ ਆ ਕਿ ਅਸੀਂ ਜਿਹੜੇ ਸਪੇਅਰ ਪਾਰਟਸ ਜਾਂ ਕੰਪੋਨੈਂਟਸ ਰੱਖੇ ਹੋਏ ਆ ਉਹਨਾਂ ਨੂੰ ਆਇਡੈਂਟੀਫਾਈ ਨਹੀਂ ਕਰ ਪਾਉਂਦੇ ਵੀ ਇਹ ਪ੍ਰੋਡਕਟ ਕਿਹੜਾ ਹੈਗਾ ਔਰ ਤਿਆਰ ਹੋਣ ਤੋਂ ਬਾਅਦ ਜਾਂ ਤਿਆਰ ਹੋਣ ਤੋਂ ਪਹਿਲੇ ਜਿਹੜੇ ਸਪੇਅਰ ਪਾਰਟਸ ਉਹਦੇ ਵਿੱਚ ਫਿੱਟ ਹੋਣੇ ਆ ਉਹਨਾਂ ਨੂੰ ਅਸੀਂ ਕਿੱਥੇ ਰੱਖਿਆ ਹੋਇਆ ਟ੍ਰੇਸੇਬਿਲਿਟੀ ਨਹੀਂ ਹੋ ਪਾਉਂਦੀ। ਸੋ ਕੁਆਲਿਟੀ ਮੈਨੇਜਮੈਂਟ ਸਿਸਟਮ ਕੀ ਕਹਿੰਦਾ ਕਿ ਸਾਨੂੰ ਇਹ ਪਤਾ ਹੋਣਾ ਚਾਹੀਦਾ ਆ ਜਾਂ ਆਪਾਂ ਉਹ ਪ੍ਰੋਸੀਜਰਸ ਸੈੱਟ ਕਰਨੇ ਆ ਜਿਹਦੇ ਨਾਲ ਸਾਰੇ ਕੰਪੋਨੈਂਟਸ ਸਪੇਅਰ ਪਾਰਟਸ ਦੀ ਆਇਡੈਂਟੀਫਿਕੇਸ਼ਨ ਹੋ ਸਕੇ ਔਰ ਟ੍ਰੇਸੇਬਿਲਿਟੀ ਹੋ ਸਕੇ। ਇਹ ਚਾਰ ਚੀਜ਼ਾਂ ਜਿਹੜੀਆਂ ਹੈਗੀਆਂ ਹਾਊ, who, when and where. How methods and process descriptions, who responsibilities and authorizations, when records and evidences, where identification and traceability. ਇਹ ਚਾਰ ਚੀਜ਼ਾਂ ਦੇ ਉੱਤੇ ਕੁਆਲਿਟੀ ਮੈਨੇਜਮੈਂਟ ਬਹੁਤ ਜ਼ਿਆਦਾ ਫੋਕਸ ਕਰਦਾ। ਹੁਣ ਅਸੀਂ ਅੰਡਰਸਟੈਂਡ ਕਰਦੇ ਹਾਂ ISO ਹੈ ਕੀ, what is ISO। ਪਹਿਲਾਂ ਆਪਾਂ ਥੋੜਾ ਜਿਹਾ ਡਿਸਕਸ ਹੋਰ ਕਰਦੇ ਹਾਂ ਫਿਰ ਸਲਾਈਡ ਨੂੰ ਡਿਸਕਸ ਕਰਾਂਗੇ ਅਸੀਂ। ISO ਕਹਿੰਦਾ ਆ ਵੀ ਜਿਹੜਾ ਵੀ ਤੁਸੀਂ ਆਰਗੇਨਾਈਜੇਸ਼ਨ ਦੇ ਵਿੱਚ ਕੰਮ ਕਰਨਾ ਆ ਜੋ ਤੁਸੀਂ ਕਹਿ ਰਹੇ ਹੋ ਉਹਨੂੰ ਰਿਟਨ ਦੇ ਵਿੱਚ ਲੈ ਕੇ ਆਣਾ ਔਰ ਜੋ ਤੁਸੀਂ ਰਿਟਨ ਦੇ ਵਿੱਚ ਲੈ ਕੇ ਆ ਗਏ ਉਹਨੂੰ ਪ੍ਰੈਕਟੀਕਲੀ ਉਸੇ ਤਰੀਕੇ ਨਾਲ ਹੀ ਉਹ ਕੰਮ ਨੂੰ ਕੀਤਾ ਜਾਣਾ ਹੈ। ਮੀਨਸ ਜੋ ਲਿਖਤੀ ਚ ਆ ਉਹਨੂੰ ਕਰਨਾ ਆ ਔਰ ਜੋ ਉਹ ਕਰ ਰਹੇ ਹੋ ਉਹਨੂੰ ਉਸੇ ਤਰੀਕੇ ਦੇ ਨਾਲ ਆਪਾਂ ਰਿਟਨ ਚ ਲੈ ਕੇ ਆਣਾ। ਮੀਨਸ ਰਿਟਨ ਵਾਲੇ ਨੂੰ ਪ੍ਰੈਕਟੀਕਲੀ ਕਰਨਾ, ਪ੍ਰੈਕਟੀਕਲੀ ਜੋ ਕਰ ਰਹੇ ਉਹਨੂੰ ਰਿਟਨ ਚ ਲੈ ਕੇ ਆਣਾ। ਜੋ ਵੀ ਪ੍ਰੋਸੀਜਰਸ ਅਸੀਂ ਬਣਾਏ ਨੇ ਉਸੇ ਮੁਤਾਬਕ ਹੀ ਕੰਮ ਹੋਏਗਾ ਔਰ ਜੋ ਅਸੀਂ ਫਾਰਮੈਟਸ ਤਿਆਰ ਕੀਤੇ ਹੋਏ ਰਿਕਾਰਡਸ ਤਿਆਰ ਕੀਤੇ ਹੋਏ ਉਹਨਾਂ ਨੂੰ ਉਸੇ ਤਰ੍ਹਾਂ ਹੀ ਆਪਾਂ ਰਿਟਨ ਚ ਲੈ ਕੇ ਆਵਾਂਗੇ। ਇਹ ISO ਇੱਕ ਓਵਰਆਲ ਜਿਹੜਾ ਕੰਸੈਪਟ ਹੈਗਾ ਆ। ਸੋ ISO ਦੀ ਫੁੱਲ ਫਾਰਮ ਅਸੀਂ ਪਹਿਲਾਂ ਵੀ ਪੜ੍ਹ ਚੁੱਕੇ ਹਾਂ, ਇੰਟਰਨੈਸ਼ਨਲ ਆਰਗੇਨਾਈਜੇਸ਼ਨ ਫਾਰ ਸਟੈਂਡਰਡਾਈਜੇਸ਼ਨ, ਡਿਵੈਲਪਸ ਐਂਡ ਪਬਲਿਸ਼ਸ ਸਟੈਂਡਰਡਸ। ਜਿੰਨੇ ਸਟੈਂਡਰਡਸ ਹੈਗੇ ਇਹਨਾਂ ਨੇ ਡਿਵੈਲਪ ਕੀਤੇ ਨੇ ISO ਨੇ। ISO ਇੱਕ ਇੰਡੀਪੈਂਡੈਂਟ ਨਾਨ ਗਵਰਨਮੈਂਟਲ ਆਰਗੇਨਾਈਜੇਸ਼ਨ ਹੈਗੀ ਆ। 164 ਨੇਸ਼ਨਸ ਜਿਹੜੀਆਂ ਇਹਦੀਆਂ ਮੈਂਬਰਸ ਹੈਗੀਆਂ ਜਿਨ੍ਹਾਂ ਨੇ ਜਿਹੜੇ ਕੁਆਲਿਟੀ ਮੈਨੇਜਮੈਂਟ ਦੇ ਸਟੈਂਡਰਡਸ ਡਿਵੈਲਪ ਕੀਤੇ ਨੇ ਔਰ ਉਹਨਾਂ ਨੂੰ ਫੋਲੋ ਕਰਦੇ ਨੇ। ISO ਦਾ ਹੈੱਡਕੁਆਟਰ ਜਿਹੜਾ ਹੈਗਾ ਇਟ ਇਜ਼ ਐਟ ਜਨੇਵਾ, ਸਵਿਟਜ਼ਰਲੈਂਡ। ਇਸ ਤੋਂ ਬਾਅਦ ISO has published international standards and related documents covering almost every industry. ISO ਨੇ ਜਿੰਨੇ ਵੀ ਇੰਟਰਨੈਸ਼ਨਲ ਸਟੈਂਡਰਡਸ ਔਰ ਉਹਨਾਂ ਨਾਲ ਰਿਲੇਟਿਡ ਡਾਕੂਮੈਂਟ ਪਬਲਿਸ਼ਡ ਕੀਤੇ ਨੇ ਉਹ ਲਗਭਗ ਉਹਨਾਂ ਨੇ ਸਾਰੀ ਇੰਡਸਟਰੀਜ਼ ਨੂੰ ਜਿੰਨੀਆਂ ਵੀ ਵਰਲਡ ਵਾਈਡ ਇੰਡਸਟਰੀਜ਼ ਨੇ ਸਾਰੀਆਂ ਉਹਦੇ 'ਚ ਕਵਰ ਹੋ ਗਈਆਂ ਨੇ। ISO ਜਿਹੜਾ ਹੋਇਆ ਹੈ ਇਟ ਇਜ਼ ਡਰਾਈਵ ਫਰੋਮ ਦੀ ਗ੍ਰੀਕ ਆਇਓਸਿਸ। ਗ੍ਰੀਕ ਆਇਓਸਿਸ ਤੋਂ ਇਹ ਡਰਾਈਵ ਹੋਇਆ ISO ਵਰਡ। ਉਹਦਾ ਮਤਲਬ ਹੈਗਾ ਇਕੁਅਲ। whatever the country, whatever the language, we are ISO means ਜਿਹੜੀ ਮਰਜ਼ੀ ਕੰਟਰੀ ਹੋਵੇ, ਲੈਂਗੁਏਜ ਜਿਹੜੀ ਮਰਜ਼ੀ ਹੋਵੇ, ਜਿਹੜੇ ਸਟੈਂਡਰਡਸ ਹੈਗੇ ਆ ਉਹ ਉਸੇ ਤਰੀਕੇ ਦੇ ਨਾਲ ਹੀ ਕੁਆਲਿਟੀ ਪੈਰਾਮੀਟਰਸ ਜਿਹੜੇ ਆ ਇੰਡਸਟਰੀ ਦੇ ਵਿੱਚ ਇੱਕ ਸਾਰ ਦੇ ਨਾਲ ਇੰਪਲੀਮੈਂਟ ਹੋਣਗੇ। ਦੈਟ ਇਜ਼ ਨੋਨ ਐਜ਼ ਕੁਆਲਿਟੀ ਮੈਨੇਜਮੈਂਟ ਸਿਸਟਮ। ਇਹ ਸਾਰੀਆਂ ਗੱਲਾਂ ਕੁਆਲਿਟੀ ਮੈਨੇਜਮੈਂਟ ਸਿਸਟਮ ਦੇ ਨਾਲ ਰਿਲੇਟਿਡ ਹੈਗੀਆਂ। ISO ਫੁੱਲ ਫਾਰਮ ਤੁਸੀਂ ਕਰਨੀ ਇੰਟਰਨੈਸ਼ਨਲ ਆਰਗੇਨਾਈਜੇਸ਼ਨ ਫਾਰ ਸਟੈਂਡਰਡਾਈਜੇਸ਼ਨ। 164 ਨੇਸ਼ਨਸ ਇਹਨਾਂ ਦੇ ਵਿੱਚ ਪਾਰਟਿਸਿਪੇਟ ਕਰਦੀਆਂ ਨੇ, ਕਰ ਰਹੀਆਂ ਨੇ ਐਟ ਪ੍ਰੈਜ਼ੈਂਟ। ਜਨੇਵਾ ਸਵਿਟਜ਼ਰਲੈਂਡ ਦੇ ਵਿੱਚ ਇਹਦਾ ਹੈੱਡਕੁਆਟਰ ਹੈਗਾ ਆ। ਉਹ ਲਗਭਗ ਸਾਰੀਆਂ ਇੰਡਸਟਰੀਜ਼ ਦੇ ਜਿਹੜੇ ਇੰਟਰਨੈਸ਼ਨਲ ਸਟੈਂਡਰਡਸ ਹੈਗੇ ਉਹਨਾਂ ਨਾਲ ਰਿਲੇਟਿਡ ਡਾਕੂਮੈਂਟਸ ਜਿਹੜੇ ਹੈਗੇ ਆ ਉਹ ISO ਨੇ ਲਗਭਗ ਕਵਰ ਕਰ ਲਿਆ ਔਰ ਗ੍ਰੀਕ ਆਇਓਸਿਸ ਤੋਂ ਇਹ ਜਿਹੜਾ ISO ਹੈਗਾ ਆ ਉਹ ਡਰਾਈਵ ਹੋਇਆ ਜਿਹਦਾ ਮਤਲਬ ਹੈਗਾ ਇਕੁਅਲ। ਇਨੀਸ਼ੀਏਸ਼ਨ ਆਫ ISO ਕਿਵੇਂ ਸਟਾਰਟ ਹੋਇਆ? ਸਟੋਰੀ ਇਹਦੀ ਵਿਗਨ ਹੋਈ ਸੀਗੀ, ਸਟਾਰਟ ਹੋਈ ਸੀ 1946 ਦੇ ਵਿੱਚ। 25 ਕੰਟਰੀਜ਼ ਦੇ ਡੈਲੀਗੇਟ ਲੰਡਨ ਦੇ ਵਿੱਚ ਆਪਸ 'ਚ ਮਿਲੇ ਔਰ ਜਿਨ੍ਹਾਂ ਨੇ ਡਿਸਾਈਡ ਕੀਤਾ ਕਿ ਕੋਈ ਇੰਟਰਨੈਸ਼ਨਲ ਆਰਗੇਨਾਈਜੇਸ਼ਨ ਇੱਦਾਂ ਦੀ ਕ੍ਰੀਏਟ ਕੀਤੀ ਜਾਵੇ ਜਿਹੜੀ
ਸਾਰੀ ਇੰਡਸਟਰੀਜ਼ ਵਰਲਡ ਵਾਈਡ ਜਿਹੜੀ ਹੈਗੀ ਆ, ਸਾਰੀਆਂ ਆਰਗੇਨਾਈਜੇਸ਼ਨਸ ਹੈਗੀਆਂ, ਉਹਨਾਂ ਦੇ ਯੂਨੀਫਾਰਮ ਸਟੈਂਡਰਡਸ ਨੂੰ ਫੋਕਸ ਕਰੇ। ਸਾਰੀ ਵਰਲਡ ਵਾਈਡ ਆਰਗੇਨਾਈਜੇਸ਼ਨਸ ਜਿਹੜੀਆਂ ਹੈਗੀਆਂ ਨੇ, ਇੰਡਸਟਰੀਜ਼ ਜਿਹੜੀਆਂ ਹੈਗੀਆਂ ਨੇ, ਉਹ ਇੱਕ ਤਰ੍ਹਾਂ ਦੇ ਕੁਆਲਿਟੀ ਪੈਰਾਮੀਟਰਸ, ਕੁਆਲਿਟੀ ਸਟੈਂਡਰਡਸ ਨੂੰ ਫੋਲੋ ਕਰੇ। ਸੋ 23 ਫੈਬ 1947 ਦੇ ਵਿੱਚ ਉਹਨਾਂ ਨੇ ਇੱਕ ਆਰਗੇਨਾਈਜੇਸ਼ਨ ਤਿਆਰ ਕੀਤੀ ਜਿਹਨੂੰ ISO ਕਿਹਾ ਗਿਆ। What is ISO 9001? ISO 9001 ਕੀ ਹੈ? ਇਹ ਬੇਸਿਕ ਕੁਆਲਿਟੀ ਮੈਨੇਜਮੈਂਟ ਸਟੈਂਡਰਡਸ ਹੈਗੇ। ISO 9001 is a standard that sets out the requirements for a quality management system. It helps businesses and organizations to be more efficient and improves customer satisfaction. ਸੋ ਇੱਕ ਸੈਟ ਆਫ ਰਿਕੁਆਇਰਮੈਂਟਸ ਆ, ਸੈਟ ਆਫ ਸਟੈਂਡਰਡਸ ਹੈਗੇ ਆ, ਜਿਨ੍ਹਾਂ ਦੇ ਨਾਲ ਆਪਾਂ ਕੁਆਲਿਟੀ ਮੈਨੇਜਮੈਂਟ ਸਿਸਟਮ ਮੇਨਟੇਨ ਕਰਨਾ ਔਰ ਕਿਸੇ ਬਿਜ਼ਨਸ ਔਰ ਆਰਗੇਨਾਈਜੇਸ਼ਨ ਨੂੰ ਜ਼ਿਆਦਾ ਐਫੀਸ਼ੀਐਂਟ ਬਣਾਉਣਾ ਔਰ ਕਸਟਮਰਸ ਨੂੰ ਦੀ ਸੈਟੀਸਫੈਕਸ਼ਨ ਨੂੰ ਇੰਪਰੂਵ ਕਰਨਾ। ਸੋ ISO 9001 is based on the idea of continual improvement. ਇਹਦਾ ਜਿਹੜਾ ਆਈਡੀਆ ਹੈਗਾ ਬੇਸਿਕ, ਉਹ ਹੈਗਾ ਕੰਟੀਨਿਊਲ ਇੰਪਰੂਵਮੈਂਟ ਇੰਡਸਟਰੀ ਦੇ ਵਿੱਚ ਹੋਣੀ ਚਾਹੀਦੀ ਆ। ਜਿਹੜਾ ਨਿਊਅਲ ਵਰਜਨ ਹੈਗਾ ਆ ISO ਦਾ, that is ISO 9001 2015। ਇਸ ਤੋਂ ਪਹਿਲੇ ਸੀਗਾ ISO 9001 2008। ਇਸ ਵੇਲੇ ਜਿਹੜਾ ਲੇਟੈਸਟ ਵਰਜਨ ISO ਦਾ ਚੱਲਦਾ ਪਿਆ, that is ISO 9001 2015। ਅੱਜ ਦੇ ਟੌਪਿਕ 'ਚ ਅਸੀਂ ਇੰਨਾ ਹੀ ਡਿਸਕਸ ਕਰਾਂਗੇ। ਨੈਕਸਟ ਲੈਕਚਰ ਦੇ ਵਿੱਚ ਇਹਦਾ ਪਾਰਟ 3 ਡਿਸਕਸ ਕਰਾਂਗੇ। ਥੈਂਕ ਯੂ ਵੈਰੀ ਮਚ।